हम पापी तुम पाप खंडन, नीको ठाकुर देसा। तुम सब साजे साज निवाजे, जियो पिंड दे प्राणा। निर्गुण यारे गुण नहीं कोई, तुम दान देहो मेहर बद बखत। हम चो बखील गाफल, बेनजर बेबाक। नानक बगोयद जन तुरा, तेरे चाकरा पाखाक। परम सन्मान जोग जुगो जुग अटल, तखत चवर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाईमान सतसंगी जनों, आओ साहिब दे चरनां विच बैठन दा सुभाग गुरु की बख्शिश कृपा दा सदका प्राप्त होया। प्यो दादे का खोल डिठा खजाना, ता मेरे मन भया निधाना। सतगुरु दे धन गुरु कलगीधर महाराज जी दे जीवन दियां बख्शिशां नूं विचारदियां कल रोज लड़ी विच श्रवण कीता। सतगुरु बेअंत थामां ते बख्शिशां करदियां दीवाना मलूके नूं निवाज के आखिर पत्तो दी धरती ते हुंदियां गुरु कलगीधर जी कोटकपुरे दी धरती ते पहुंचे। इथों लड़ी आरंभण तो पहला गुरु बख्शी फतेह बुलाओ। आखो जी वाहिगुरु जी का खालसा वाहिगुरु जी की फतेह। कोट दे अखरी अर्थ हुंदे ने किला। कोट कपूरा, कपूरे दा इत्थे किला सी। ਇਹ ਜਿਹੜਾ ਅਸਥਾਨ ਸੀ ਅੱਜ ਤੇ ਭਾਵੇਂ ਸ਼ਹਿਰ ਹੈ ਪਰ ਉਸ ਵਕਤ ਅਜਿਹਾ ਨਹੀਂ ਸੀ। ਸਤਿਗੁਰੂ ਮਹਾਰਾਜ ਨੇ ਨਗਰ ਤੋਂ ਬਾਹਰ ਤੰਬੂ ਲਾ ਕੇ ਟਿਕਾਣਾ ਕੀਤਾ। ਗੁਰੂ ਕੀਆਂ ਸੰਗਤਾਂ ਨੇ ਵੀ ਆਪਣਾ ਵਸੇਵਾ ਕੀਤਾ। ਇੱਥੇ ਫਿਰ ਕਪੂਰਾ ਚੌਧਰੀ ਜਿਹੜਾ 84 ਪਿੰਡਾਂ ਦਾ ਸਰਦਾਰ ਹੈ, ਆਪਣੇ ਭਾਣੇ ਇਹ ਬਹਾਦਰ ਕਹਾਉਂਦਾ ਹੈ। ਇਹਨੂੰ ਪਤਾ ਲੱਗਿਆ ਵੀ ਸਾਹਿਬ ਆਏ ਹੈ ਤੇ ਸਤਿਗੁਰੂ ਦੇ ਨਾਲ ਇੱਕ ਇਹਨੇ ਆਪਣੇ ਨਾਲ ਇੱਕ ਭਾਈ ਦਇਆਲਾ ਸਿੰਘ ਉਹਨੂੰ ਨਾਲ ਲੈ ਕੇ ਆਇਆ ਹੈ। ਦਰਸ਼ਨ ਕਰਨ ਆਇਆ। ਇਹਨੇ ਇੱਕ ਘੋੜਾ 100 ਰੁਪਈਆ ਨਜ਼ਰਾਨਾ सतगुरु दे चरनां विच भेंट करके गुरु चरनां विच बैठ गया नमस्कार करके। गुरु कलगीधर जी ने कपूरे नूं सुख सांद पुछी। बैठ के विचारां होईयां। कपूरे ने शरधा रखी, बख्शिशां लैके वापस परतदा अपने महल विच। फिर इन्हें संगतां लई सतगुरु लई बेअंत रसद पानी प्रसाद पानी का प्रबंध किया। बख्शिशां गुरु कीਆਂ लैन वास्ते इन्हें संगतां दी सेवा की। जिस दिन दूजा दिन चढ़िया सतगुरु दा टिकाणा कोटकपुरे, तां कपूरा एक वड्डा अपने शरीर ते खुला जामा पा के गुरु दरबार विच आउण लग्या।
ਜਦੋਂ ਲਾਗੇ ਆਇਆ ਤੇ ਇੱਕ ਲਾਂਗਰੀ ਸਿੰਘ ਨੇ ਇੱਕ ਆਵਾਜ਼ ਮਾਰ ਕੇ ਆਖਿਆ, ਕਹਿਣ ਲੱਗਿਆ, ਚੌਧਰੀ ਜਾਮਾ ਸੰਭਾਲ ਕੇ ਤੁਰ, ਮਿੱਟੀ ਉੱਡਦੀ ਹੈ ਤੇ ਇਹ ਮਿੱਟੀ ਸ਼ਾਸਤਰਾਂ ਤੇ ਪੈਂਦੀ ਹੈ। ਕਪੂਰੇ ਨੂੰ ਥੋੜੀ ਤਾਂ ਰੰਜਕ ਹੋਈ, ਪਰ ਗੁਰੂ ਚਰਨਾਂ ਵਿੱਚ ਆ ਕੇ ਬਹਿ ਗਿਆ। ਇੱਥੇ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਸੀ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਬੈਠਾ, ਇੱਕ ਪਾਸੇ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਗੁਰੂ ਕਾ ਸਿੱਖ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ, ਇੱਕ ਪਾਸੇ ਸਤਿਗੁਰੂ ਨੇ ਚੰਦੋਆ ਲਾ ਕੇ ਥੱਲੇ ਚੰਦੋਏ ਦੇ ਸ਼ਾਸਤਰ ਬਹੁਤ ਸੋਹਣੇ ਪਲੰਗ ਤੇ ਸਜਾ ਕੇ ਤੇ ਇੱਕ ਗੁਰੂ ਕਾ ਸਿੱਖ ਸ਼ਾਸਤਰਾਂ ਤੇ ਚੌਰ ਕਰ ਰਿਹਾ ਹੈ। ਜਦੋਂ ਕਪੂਰੇ ਨੇ ਵੇਖਿਆ ਤੇ ਇਹਨੇ ਸਾਹਿਬ ਨੂੰ ਇੱਕ ਬੇਨਤੀ ਕੀਤੀ, ਕਹਿਣ ਲੱਗਿਆ, ਮਹਾਰਾਜ ਇਹ ਰੀਤ ਕਦੋਂ ਦੀ ਆਰੰਭ ਕੀਤੀ ਹੈ ਵੀ ਸ਼ਾਸਤਰਾਂ ਤੇ ਵੀ ਚੌਰ ਕਰਵਾਉਂਦੇ ਹੋ? ਗੁਰੂ ਕਲਗੀਧਰ ਜੀ ਨੇ ਉੱਥੇ ਇੱਕ ਬਚਨ ਵਰਤਿਆ, ਕਹਿਣ ਲੱਗੇ, ਕਪੂਰਿਆ ਪਹਿਲੀ ਗੱਲ ਤੇ ਇਹ ਪੱਲੇ ਬੰਨ ਲੈ, ਬਿਨ ਸ਼ਾਸਤਰੰ ਨਰੰਗ ਭੇਡ ਜਾਨੋ। ਸ਼ਾਸਤਰ ਤੋਂ ਬਿਨਾ ਮਨੁੱਖ ਇੱਕ ਭੇਡ ਦੀ ਤਰ੍ਹਾਂ ਕੁਝ ਵੀ ਨਹੀਂ ਹੈ, ਕੋਈ ਕੰਨ ਪਕੜ ਕੇ ਕਿੱਧਰ ਹੀ ਲੈ ਜਾਏ। ਦੂਜੀ ਗੱਲ ਇਹ ਹੈ, ਸਾਹਿਬ ਕਹਿਣ ਲੱਗੇ, ਇਹਨਾਂ ਸ਼ਾਸਤਰਾਂ ਤੇ ਚੌਰ ਅਸੀਂ ਤਾਂ ਕਰਵਾਉਣੇ ਆ, ਕੱਲ ਕਿਤੇ ਜ਼ੁਲਮ ਨੂੰ ਠੱਲ ਪਾਉਣੀ ਪੈਂਦੀ ਹੈ। ਸਤਿਗੁਰੂ ਕਹਿਣ ਲੱਗੇ, ਇਹਨਾਂ ਸ਼ਾਸਤਰਾਂ ਦਾ ਸਹਾਰਾ ਲੈ ਕੇ ਪਾਪ ਦਾ ਖਾਤਮਾ ਹੁੰਦਾ ਹੈ। ਹਰ ਵੇਲੇ ਸ਼ਾਸਤਰ ਪਾਪ ਨਹੀਂ ਕਮਾਉਂਦੇ। ਸਾਹਿਬ ਕਹਿਣ ਲੱਗੇ, ਇਹਨਾਂ ਸ਼ਾਸਤਰਾਂ ਦੇ ਬਜਾਏ, ਇਸ ਸ਼ਾਸਤਰਾਂ ਦੇ ਬਦੌਲਤ ਤਾਂ ਸਤਿਗੁਰੂ ਕਹਿਣ ਲੱਗੇ ਜ਼ੁਲਮ ਦਾ ਅਸੀਂ ਨਾਸ਼ ਕਰ ਰਹੇ ਹਾਂ। ਤੇ ਇਹੀ ਕਾਰਨ ਹੈ ਸਤਿਗੁਰੂ ਨੇ ਤੇ ਬਚਨ ਵੀ ਵਰਤਿਆ ਹੈ, ਮਹਾਰਾਜ ਨੇ ਬਚਨ ਵੀ ਵਰਤੇ, ਅਸ ਕਿਰਪਾਨ ਖੰਡੋ ਖੜਕ ਤੁਪਕ ਤਵਰ ਅਰ ਤੀਰ, ਸੈਸ ਸਰੋਹੀ ਸਾਹਿਤੀ ਜਹ ਹਮਾਰੇ ਪੀਰ। ਮਹਾਰਾਜ ਕਹਿਣ ਲੱਗੇ, ਇਹ ਜਿੰਨੇ ਸ਼ਾਸਤਰ ਨੇ ਇਹਨਾਂ ਨੂੰ ਅਸੀਂ ਪੀਰਾਂ ਵਾਂਗੂ ਸਤਿਕਾਰ ਦਿੰਨੇ ਐ, ਪੂਜਨੇ ਐ, ਕਿਉਂਕਿ ਇਹੀ ਜੰਗ ਦੇ ਮੈਦਾਨ ਵਿੱਚ ਜ਼ੁਲਮ ਦਾ ਨਾਸ਼ ਕਰਦੇ ਐ। ਉਦੋਂ ਮਹਾਰਾਜ ਨੇ ਸ਼ਾਸਤਰਾਂ ਦੀ ਵਡਿਆਈ ਇਹ ਵੀ ਇਸ ਪਾਵਨ ਸਥਾਨ ਤੇ ਸਮਝਾਈ ਸੀ। ਅੱਜ ਵੀ ਇਹ ਬੜੀ ਲੋੜ ਹੈ। ਸ਼ਾਸਤਰ ਰੱਖ ਕੇ ਸ਼ਾਸਤਰ ਚਲਾਉਣਾ ਕਿੱਥੇ ਹੈ? ਸਤਿਗੁਰੂ ਇਹ ਵੀ ਸਿਖਾਉਂਦੇ ਆ। ਇਹ ਨਹੀਂ ਵੀ ਹੱਥ ਵਿੱਚ ਸ਼ਾਸਤਰ ਰੱਖ ਕੇ ਹਰ ਇੱਕ ਨੂੰ ਕੋਈ ਡਰਾਉਂਦਾ ਫਿਰੇ। ਗੁਰੂ ਕੀ ਪਾਵਨ ਬਾਣੀ ਦੇ ਬਚਨ ਨੇ ਤੁਸੀਂ ਨਿਤ ਪੜ੍ਹਦੇ ਹੋ। ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਸਾਹਿਬ ਨੇ ਆਖਿਆ ਇਹ ਬਿਰਤੀ ਖਾਲਸਾ ਰੱਖਦਾ, ਨਾ ਉਹ ਡਰਦਾ ਨਾ ਡਰਾਉਂਦਾ। ਹੁਣ ਮਹਾਰਾਜ ਨੇ ਇੱਥੇ ਸ਼ਾਸਤਰਾਂ ਦੀ ਬਖਸ਼ਿਸ਼ ਸਮਝਾਈ। ਇੱਕ ਗੱਲ ਹੋਰ ਵੀ ਚੇਤਾ ਰੱਖ ਲਿਓ, ਸਤਿਗੁਰੂ ਨੇ ਸ਼ਾਸਤਰਾਂ ਤੇ ਚੌਰ ਕਈ ਵਾਰੀ ਕਰਵਾਈ ਹੈ, ਇੱਕ ਵਾਰ ਨਹੀਂ ਕਰਵਾਈ। ਤੇ ਬਾਰ-ਬਾਰ ਮਨੁੱਖਤਾ ਨੂੰ ਇਹ ਗੱਲ ਸਮਝਾਈ ਹੈ, ਸ਼ਾਸਤਰ ਪਾਪ ਹੀ ਨਹੀਂ ਕਰਦੇ, ਸ਼ਾਸਤਰ ਧਰਮ ਵੀ ਕਮਾਉਂਦੇ ਹੈ। ਬਸ ਗੱਲ ਇਹ ਹੈ ਵੀ ਇਹ ਠੀਕ ਹੱਥਾਂ ਵਿੱਚ ਚਾਹੀਦੇ ਨੇ। ਇੱਥੇ ਸਤਿਗੁਰੂ ਦੇ ਕੋਲ ਕਪੂਰਾ ਚੌਧਰੀ ਤੇ ਹੋਰ ਇਲਾਕੇ ਦੀਆਂ ਸੰਗਤਾਂ ਆਈਆਂ। ਬੇਅੰਤ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਨੇ। ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚੋਂ ਬੇਅੰਤ ਬਚਨ ਸਮਝਾਏ। ਸਤਿਗੁਰੂ ਭਲਾ ਵਰਤਾਰੇ ਨੇ। ਕਪੂਰਾ ਸਾਹਿਬ ਦੇ ਕੋਲ ਬੈਠਾ ਤੇ ਜਿਹੜਾ ਪੰਜ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਹੈ, ਜਿਹੜਾ ਚਮਕੌਰ ਦੀ ਗੜੀ ਤੋਂ ਸਾਹਿਬ ਦੇ ਨਾਲ ਹੈ। ਯਾਦ ਰੱਖਿਓ, ਦੋ ਪਿਆਰੇ ਸਾਹਿਬਾਨ ਨਾਲ ਸਨ,
ਭਾਈ ਦਇਆ ਸਿੰਘ ਨੂੰ ਤੇ ਜਫਰਨਾਮਾ ਲਿਖ ਕੇ ਔਰੰਗਾਬਾਦ ਇੱਧਰ ਘੱਲਿਆ ਔਰੰਗਜ਼ੇਬ ਕੋਲ। ਭਾਈ ਧਰਮ ਸਿੰਘ ਨਾਲ ਹੈ, ਮਾਨ ਸਿੰਘ ਵੀ ਨਾਲ ਹੈ। ਧਰਮ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਚੌਧਰੀ ਕਪੂਰਿਆ, ਗੁਰੂ ਸਾਹਿਬ ਤੇਰੇ ਕੋਲ ਇੱਧਰ ਆਏ ਐ ਤੇ ਤੇਰੇ ਕੋਲ ਕਿਲੇ ਬਹੁਤ ਨੇ, ਤੂੰ ਸਰਦਾਰ ਹੈ ਇੱਥੋਂ ਦਾ। ਸਾਨੂੰ ਸੂਹ ਮਿਲੀ ਹੈ ਵੀ ਪਿੱਛੇ ਵਜ਼ੀਰ ਖਾਂ ਵਰਗੇ ਫਿਰ ਪਾਪੀ ਫੌਜ ਚੜ ਕੇ ਲਿਆ ਰਹੇ ਨੇ, ਤੇ ਤੂੰ ਇੱਕ ਕੰਮ ਕਰ, ਇੱਕ ਕਿਲਾ ਜੰਗ ਕਰਨ ਦੇ ਲਈ ਸਤਿਗੁਰੂ ਨੇ ਆਪਣਾ ਟਿਕਾਣਾ ਬਣਾਉਣਾ, ਤੇ ਤੂੰ ਇੱਕ ਕਿਲਾ ਸਾਹਿਬ ਨੂੰ ਭੇਟ ਕਰ ਦੇ। ਜਦੋਂ ਇਹ ਗੱਲ ਆਖੀ, ਹੁਣ ਕਪੂਰਾ ਰਸਦ ਪਾਣੀ ਤੱਕ ਤੇ ਹਾਜ਼ਰ ਸੀ ਸੇਵਾ ਕਰਨ ਵਾਸਤੇ, ਲੰਗਰ ਪਾਣੀ ਦੀ। ਜਦੋਂ ਕਿਲਾ ਮੰਗ ਲਿਆ ਤੇ ਕਪੂਰਾ ਅੰਦਰੋਂ ਘਬਰਾ ਗਿਆ। ਪਹਿਲਾਂ ਤੇ ਅੰਦਰ ਵਿਚਾਰ ਕੀਤੀ ਆਪਣੀ, ਮੈਂ ਫਿਰ ਬੇਨਤੀ ਕਰਾਂ, ਬੰਦਾ ਬੋਲਦਾ ਬਾਅਦ ਵਿੱਚ ਆ, ਪਹਿਲਾਂ ਅੰਦਰ ਸਲਾਹ ਕਰਦਾ ਹੈ। ਜ਼ੁਬਾਨ ਤੇ ਇੱਕ ਕੜਛੀ ਦਾ ਕੰਮ ਕਰਦੀ ਹੈ, ਜਿਹੜਾ ਅੰਦਰ ਪਿਆ ਭਾਂਡੇ ਵਿੱਚ ਕੜਛੀ ਨੇ ਉਹੀ ਵਰਤਾਉਣਾ ਹੈ, ਜਿਹੜੀ ਅੰਦਰ ਵਿਚਾਰ ਹੈ ਜ਼ੁਬਾਨ ਨੇ ਸਾਹਮਣੇ ਰੱਖ ਦੇਣੀ ਹੈ। ਹੁਣ ਇਹਨੇ ਉਸੇ ਪਲ ਮਨ ਵਿੱਚ ਸਲਾਹ ਕਰ ਲਈ ਵੀ ਜੇ ਗੁਰੂ ਨੂੰ ਕਿਲਾ ਦੇ ਦਿੱਤਾ, ਤੁਰਕਾਂ ਨੂੰ ਪਤਾ ਲੱਗ ਜਾਣਾ ਕਪੂਰੇ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ, ਕੱਲ ਮੇਰੇ ਪਰਿਵਾਰ ਨੂੰ ਉਜਾੜ ਦੇਣਗੇ, ਮੈਨੂੰ ਫਾਂਸੀ ਚਾੜ ਦੇਣਗੇ। ਅਜਿਹੀ ਵਿਉਂਤ ਬੰਦੀ ਬਣਾ ਕੇ ਮਨ ਵਿੱਚ, ਤੇ ਕੁਝ ਸਮੇਂ ਬਾਅਦ ਬੋਲ ਕੇ ਕਹਿਣ ਲੱਗਿਆ ਸਤਿਗੁਰੂ, ਆਨੰਦਪੁਰ ਸਾਹਿਬ ਕੀ ਹਾਲ ਹੋਇਆ, ਉਹ ਤੇ ਸਾਂਭਿਆ ਨਹੀਂ ਗਿਆ। ਇਹਨਾਂ ਰਾਜ ਕਾਜ ਸੀ, 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਬੇਅੰਤ ਸਿੱਖ ਸ਼ਹੀਦ ਹੋ ਗਏ। ਮਹਾਰਾਜ ਕਿਲਾ ਤੇ ਮੈਂ ਦੇਵਾਂ, ਪਰ ਕਾਰਨ ਇਹ ਹੈ ਵੀ ਤੁਰਕਾਂ ਨੂੰ ਪਤਾ ਲੱਗ ਗਿਆ ਮੇਰੇ ਪਰਿਵਾਰ ਨੂੰ ਉਜਾੜ ਕੇ ਕਿਲਾ ਵੀ ਉਹਨਾਂ ਉਡਾ ਦੇਣਾ ਤੇ ਖੰਡਰ ਬਣਾ ਦੇਣਗੇ, ਤੇ ਨਾਲੇ ਮੈਨੂੰ ਮਹਾਰਾਜ ਉਹ ਫਾਂਸੀ ਚਾੜ ਦੇਣਗੇ ਤੁਰਕ। ਕੈਰਤਾ ਭਰੀਆਂ ਗੱਲਾਂ ਕਰਕੇ ਅਖੀਰ ਤੇ ਇਹਨੇ ਨੀਵੀਂ ਪਾ ਕਹਿ ਦਿੱਤਾ ਵੀ ਮੈਂ ਕਿਲਾ ਨਹੀਂ ਦੇ ਸਕਦਾ। ਸਤਿਗੁਰੂ ਨੇ ਸਹਿਜ ਸੁਭਾਈ ਇੱਕ ਬਚਨ ਕਹਿ ਦਿੱਤਾ, ਕਹਿਣ ਲੱਗੇ ਕਪੂਰਿਆ, ਅਸੀਂ ਤੇ ਤੈਨੂੰ ਵਡਿਆਈ ਬਖਸ਼ਣੀ ਸੀ, ਪਰ ਚਲੋ ਤੇਰੀ ਮਰਜ਼ੀ ਹੈ, ਜਿਹੜੀ ਤੇਰੀ ਭਾਵਨਾ ਹੈ ਨਾ ਵੀ ਮੈਨੂੰ ਫਾਂਸੀ ਚਾੜ ਦੇਣਗੇ ਫੁਰਨੇ, ਤੇਰੀ ਭਾਵਨਾ ਹੀ ਤੈਨੂੰ ਡੋਬ ਦੇਗੀ। ਸਾਹਿਬ ਨੇ ਬਚਨ ਕਹਿ ਦਿੱਤੇ, ਇਹੀ ਤੈਨੂੰ ਤੇਰਾ ਫਲ ਭੁਗਤਾਏਗੀ। ਹੁਣ ਗੁਰੂ ਦਾ ਬਚਨ ਅਟਲ ਹੈ। ਸਤਿਗੁਰੂ ਮਹਾਰਾਜ ਇੱਥੋਂ ਚੱਲ ਕੇ ਢਿਲਵਾਂ ਨਾਲ ਹੀ 3-4 ਕੋਹ ਤੇ ਇੱਥੇ ਆ ਟਿਕਾਣਾ ਕਰਦੇ ਹੈ। ਹੁਣ ਤੁਹਾਨੂੰ ਪਿਛੋਕੜ ਥੋੜਾ ਸਾਂਝਾ ਕਰਦੇ ਆ। ਇਹ ਜਿਹੜਾ ਕਪੂਰਾ ਸੀ ਨਾ, ਇਹਦੀ ਇੱਕ ਈਸੇ ਖਾਂ ਰਾਜਪੂਤ ਸੀ, ਉਹਦੇ ਨਾਲ ਇਹਦੀ ਦੁਸ਼ਮਣੀ ਸੀ। ਪਹਿਲਾਂ ਵੀ ਈਸੇ ਖਾਂ ਨਾਲ ਕਈ ਵਾਰੀ ਝਗੜਾ ਹੋਇਆ, ਪਰ ਈਸੇ ਖਾਂ ਰਾਜਪੂਤ ਦਾ ਜ਼ੋਰ ਨਾ ਚੱਲਿਆ। ਸਮਾਂ ਪਾ ਕੇ ਈਸੇ ਖਾਂ ਨੇ ਇਹਦੇ ਨਾਲ ਦੁਸ਼ਮਣੀ ਦੋਸਤੀ ਵਿੱਚ ਬਦਲ ਲਈ, ਪਰ ਅੰਦਰ ਦਗਾ ਰੱਖਿਆ। ਉਵੇਂ ਤੇ ਕਪੂਰੇ ਨਾਲ ਸਾਂਝ ਪਾ ਲਈ ਵੀ ਛੱਡ ਖਹਿੜਾ, ਆਪਾਂ ਨਿਤ ਲੜਨੇ ਐ। ਤੇ ਈਸੇ ਖਾਂ ਰਾਜਪੂਤ ਨੇ ਇਹਦੇ ਨਾਲ ਆਪਣੀ ਮਿੱਤਰਤਾ ਵਧਾ ਕੇ ਸਮੇਂ ਨਾਲ ਕੋਈ ਇੱਕ ਸ਼ਾਦੀ ਦਾ, ਵਿਆਹ ਦਾ ਕੋਈ ਕਾਰਜ ਸੀ, ਕਪੂਰੇ ਨੂੰ ਵਿਆਹ ਵਿੱਚ ਬੁਲਾਇਆ। ਤੇ ਇਹ ਤੇ ਹੁਣ ਉਸੇ ਭਾਵਨਾ ਨਾਲ ਚਲਿਆ ਗਿਆ ਵੀ ਮਿੱਤਰੀ ਹੈ। ਵਿਆਹ ਤੇ ਗਿਆ, ਉੱਥੇ ਗਏ ਨੂੰ
ਈਸੇ ਖਾਂ ਰਾਜਪੂਤ ਨੇ ਆਪਣੇ ਸਾਥੀਆਂ ਦੇ ਨਾਲ ਕਪੂਰੇ ਨੂੰ ਫਾਂਸੀ ਟੰਗ ਕੇ ਮੌਤ ਦੇ ਘਾਟ ਉਤਾਰਿਆ ਸੀ। ਗੁਰੂ ਕਾ ਬਚਨ ਹੈ ਜਿਹੜਾ ਉਹ ਅਟਲ ਹੈ। ਮੈਂ ਇਹ ਵੀ ਨਾਲ ਨਾਲ ਬੇਨਤੀ ਕਹਿ ਦਿਆਂ, ਹਾਂ ਬਾਅਦ ਵਿੱਚ ਕਪੂਰੇ ਦਾ ਪੁੱਤ ਹੋਇਆ ਸੁਖੀਆ, ਉਹਨੇ ਅਗਾਂਹ ਜਾ ਕੇ ਈਸੇ ਖਾਂ ਨੂੰ ਮਾਰ ਕੇ ਬਦਲਾ ਲਿਆ ਸੀ, ਉਹ ਵੱਖਰੀ ਗੱਲ ਹੈ। ਪਰ ਕਪੂਰੇ ਨੂੰ, ਇਸੇ ਕਪੂਰੇ ਦੀ 5ਵੀਂ ਥਾਂ ਤੇ ਇੱਕ ਜਗਤ ਸਿੰਘ ਹੋਇਆ। ਜਗਤ ਸਿੰਘ 5ਵੀਂ ਪੀੜ੍ਹੀ ਵਿੱਚ ਜਗਤ ਸਿੰਘ ਸੀ ਜਿਹੜਾ ਇੱਕ ਦਿਨ ਆਪਣੇ ਬਾਪ ਟੇਕ ਸਿੰਘ ਨਾਲ ਝਗੜਾ ਕਰਕੇ ਬਹੁਤ ਕ੍ਰੋਧਿਤ ਹੋ ਗਿਆ ਤੇ ਜਿਹੜਾ ਕਿਲਾ ਸੀ ਨਾ, ਇਹਨੇ ਕਿਲੇ ਵਿੱਚ ਜਗਤ ਸਿੰਘ ਨੇ ਅੱਗ ਲਾਤੀ। ਉੱਥੇ ਕੁਝ ਬਰੂਦ ਦੇ ਕੁੱਪੇ ਪਏ ਸਨ ਭਰੇ, ਆਖਰ ਬਰੂਦ ਨੂੰ ਅੱਗ ਲੱਗੀ, ਇਹਦਾ ਕਿਲਾ ਉੱਡ ਗਿਆ ਸੀ। ਇਹ ਵੀ ਗੁਰੂ ਕਾ ਬਚਨ ਹੈ ਜਿਹੜਾ ਉਹ ਪੂਰਾ ਹੋਇਆ ਸੀ। ਮਹਾਰਾਜ ਇੱਥੋਂ ਤੁਰਦੇ ਐ, ਇਹ ਤੇ ਬਾਅਦ ਵਿੱਚ ਭਾਣਾ ਵਰਤਦਾ ਨਾ, ਜਿਹੜਾ ਮੈਂ ਅਰਜ਼ ਕੀਤਾ ਆਪ ਜੀ ਨੂੰ। ਸਤਿਗੁਰੂ ਜਦੋਂ ਇੱਥੋਂ ਤੁਰੇ ਤੇ ਮਹਾਰਾਜ ਢਿੱਲਵਾਂ ਇਸ ਅਸਥਾਨ ਤੇ ਸੋਢੀ ਕੁਲ ਦੇ ਲੋਕ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ ਇੱਥੇ ਰਹਿੰਦੇ ਸਨ। ਕੌਲ ਸੋਢੀ ਉਹਦਾ ਨਾਮ ਸੀ। ਜਦੋਂ ਸਤਿਗੁਰੂ ਗਏ, ਸੋਢੀ ਕੌਲ ਸਾਹਿਬ ਦੇ ਚਰਨਾਂ ਵਿੱਚ ਆਉਂਦਾ, ਨਾਲ ਇਹ ਆਪਣੇ 4 ਪੁੱਤ ਪੋਤਿਆਂ ਨੂੰ ਨਾਲ ਲੈ ਕੇ ਅਬੈ ਚੰਦ, ਇੱਕ ਦਾ ਨਾਮ ਹੈ ਹਰੀ ਚੰਦ, ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਚਰਨਾਂ ਵਿੱਚ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ, ਇਹਨੇ ਆ ਨਮਸਕਾਰ ਕੀਤੀ। ਇਹਨਾਂ ਹੱਥਾਂ ਵਿੱਚ ਕਈ ਛੱਲੇ ਦੇ ਪਾਏ ਤੇ ਲੰਗਰ ਲਾਉਣ ਦਾ ਪ੍ਰਬੰਧ ਕਈ ਕੁਝ ਕਰ ਰਹੇ ਸਨ। ਸੋਢੀ ਤੇ ਮਹਾਰਾਜ ਨੇ ਇੱਕ ਬਚਨ ਪੁੱਛਿਆ, ਕਹਿਣ ਲੱਗੇ ਵੀ ਸੋਢੀਓ, ਇਹ ਕੀ ਕੁਝ ਕਰ ਰਹੇ ਹੋ? ਇਹਨਾਂ ਅੱਗੋਂ ਆਖਿਆ, ਮਹਾਰਾਜ ਅਸੀਂ ਆਪਣੇ ਪੁਰਖਿਆਂ ਦਾ ਸ਼ਰਾਧ ਕਰ ਰਹੇ ਹਾਂ। ਇਹ ਢਿੱਲਵਾਂ ਦੀ ਗਾਥਾ ਹੈ ਕੋਟਕਪੂਰੇ ਦੇ ਨਾਲ। ਕੌਲ ਸੋਢੀ ਸਾਹਿਬ ਦੇ ਚਰਨਾਂ ਵਿੱਚ ਹੈ। ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ, ਤੁਸੀਂ ਗੁਰਬਾਣੀ ਤੋਂ ਦੂਰ ਹੀ ਰਹੇ। ਜਿਹੜਾ ਤੁਸੀਂ ਆਪਣੇ ਵੱਡੇ ਵਡੇਰਿਆਂ ਲਈ ਪ੍ਰਤੀ, ਇਹ ਪਿੱਤਰਾਂ ਪ੍ਰਤੀ, ਮੈਂ ਬੇਨਤੀ ਕਹਿ ਦਿਆਂ, ਜਿਹੜੇ ਮਰ ਜਾਂਦੇ ਨੇ ਨਾ ਵਡੇਰੇ, ਉਹਨਾਂ ਨੂੰ ਪਿੱਤਰ ਕਹਿੰਦੇ ਨੇ ਲੋਕੀ। ਪਿੱਤਰ ਜਿਹੜਾ ਸਾਹਿਬ ਕਹਿਣ ਲੱਗੇ ਤੁਸੀਂ ਇਹ ਸ਼ਰਾਧ ਕਰ ਰਹੇ ਹੋ ਪਿੱਤਰਾਂ ਪ੍ਰਤੀ, ਇਹ ਤੇ ਤੁਹਾਨੂੰ ਇੱਕ ਭਰਮੀ ਪਿਆ ਹੋਇਆ, ਉਹਨਾਂ ਕੋਲ ਕੁਝ ਨਹੀਂ ਪਹੁੰਚਦਾ। ਸਤਿਗੁਰੂ ਨੇ ਪਾਵਨ ਬਾਣੀ ਵਿੱਚੋਂ ਇੱਕ ਬਚਨ ਸਮਝਾਇਆ। ਉਹ ਬਚਨ ਇਹ ਸਮਝਾਇਆ, ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸ਼ਰਾਧ ਕਰਾਹੀ, ਪਿੱਤਰ ਪੀ ਬਪਰੇ ਕਹੋ ਕਿਉ ਪਾਵੇ, ਕਊਆ ਕੂਕਰ ਖਾਹੀ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਇਹਦੇ ਅਰਥ ਨੇ, ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੈ ਕੋ, ਕਹਿੰਦੇ ਜਿਉਂਦੇ ਜਾਗਦੇ ਉਹਨਾਂ ਬਜ਼ੁਰਗਾਂ ਨੂੰ, ਪਿੱਤਰਾਂ ਨੂੰ, ਜਿਹਨੂੰ ਬਾਅਦ ਵਿੱਚ ਪਿੱਤਰ ਆਖਦੇ ਐ, ਉਦੋਂ ਤੇ ਕੋਈ ਸੇਵਾ ਨਹੀਂ ਕਰਦਾ ਉਹਨਾਂ ਦੀ। ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸ਼ਰਾਧ ਕਰਾਹੀ, ਮਰਨ ਤੋਂ ਬਾਅਦ ਲੰਗਰ ਲਾ ਕੇ ਕਈ ਕੁਝ ਕਰਕੇ ਫਿਰ ਕਹਿੰਦੇ ਨੇ ਅਸੀਂ ਸ਼ਰਾਧ ਕਰਦੇ ਹਾਂ। ਤੇ ਗੁਰੂ ਨੇ ਇੱਕ ਬਚਨ ਸਮਝਾਇਆ, ਪਿੱਤਰ ਪੀ ਬਪਰੇ ਕਹੋ ਕਿਉ ਪਾਵੇ, ਕਊਆ ਕੂਕਰ ਖਾਹੀ। ਕਹਿਣ ਲੱਗੇ ਪਿੱਤਰਾਂ ਤੱਕ ਭਲਿਓ ਕੁਝ ਨਹੀਂ ਪਹੁੰਚਦਾ। ਜਿਹੜਾ ਪਿੱਤਰਾਂ ਦੇ ਨਾਂ ਤੇ ਤੁਸੀਂ ਪੱਥਰ ਆਦਿਕ ਤੇ ਭੋਜਨ ਡੋਲਦੇ ਹੋ, ਇਹ ਤੇ ਕਊਏ, ਕਾਂ ਜਾਂ ਕੁੱਕਰੀ ਖਾਂਦੇ ਆ। ਗੁਰੂ ਨੇ ਗੱਲ ਸਮਝਾਈ। ਇਹਨਾਂ ਸੋਢੀਆਂ ਨੇ ਸਤਿਗੁਰੂ ਦੇ ਬਚਨ ਸੁਣ ਕੇ ਸ਼ਰਾਧ ਕਰਨ ਤੋਂ ਕਿਨਾਰਾ ਕਰ ਲਿਆ, ਗੁਰੂ ਕਾ ਬਚਨ ਕਮਾਇਆ। ਉਦੋਂ ਜਿਹੜਾ ਕੌਲ ਸੋਢੀ ਸੀ,
ਇਹਨੇ ਮਹਾਰਾਜ ਨੂੰ ਬੇਨਤੀ ਵੀ ਕੀਤੀ, ਮਹਾਰਾਜ ਸਾਡਾ ਪ੍ਰਿਥੀ ਚੰਦ ਤੋਂ ਲੈ ਕੇ ਸਾਡੇ ਵਿੱਚੋਂ ਕੁਝ ਲੋਕਾਂ ਗੁਨਾਹ ਕੀਤੇ ਤੇ ਗੁਰੂ ਘਰ ਨਾਲ ਪਿਆਰ ਕਰਨ ਦੀ ਬਜਾਏ ਗੁਰੂ ਦੇ ਨਾਲ ਸਾਡਾ ਤਕਰਾਰ, ਆਪਸੀ ਈਰਖਾ ਵੱਧ ਗਈ, ਤੁਸੀਂ ਬਖਸ਼ ਦਿਓ। ਸਾਹਿਬ ਨੇ ਉਦੋਂ ਕੌਲ ਸੋਢੀ ਨੂੰ ਬਚਨ ਆਖਿਆ, ਕਹਿਣ ਲੱਗੇ ਤੁਸੀਂ ਅੰਮ੍ਰਿਤ ਦੀ ਦਾਤ ਲਓ, ਗੁਰੂ ਬਖਸ਼ੰਦ ਹੈ। ਉਹਦੀ ਜਿਹੜਾ ਕੌਲ ਸੋਢੀ ਸੀ, ਇਹਨੇ ਆਪਣੀ ਔਲਾਦ ਵਿੱਚੋਂ ਅਭੈ ਚੰਦ ਨੂੰ ਅੰਮ੍ਰਿਤ ਦੀ ਦਾਤ ਦਵਾ ਕੇ ਅਭੈ ਸਿੰਘ ਨਾਮ ਰੱਖਿਆ। ਤੇ ਮਹਾਰਾਜ ਨੇ ਇੱਕ ਬਖਸ਼ਿਸ਼ ਭਰਿਆ ਬਚਨ ਆਖਿਆ, ਕਹਿਣ ਲੱਗੇ ਉਵੇਂ ਭਾਵੇਂ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਮੀਨੇ ਸ਼ਬਦ ਵਰਤਿਆ ਸੀ, ਸੋਢੀਆਂ ਨੂੰ, ਪ੍ਰਿਥੀ ਚੰਦ ਵਰਗਿਆਂ ਨੂੰ ਸਿੱਖ ਨੇ ਵਰਤਣਾ ਨਹੀਂ, ਪਰ ਜਦੋਂ ਇਹ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਧਾਰੀ ਬਣ ਜਾਣ, ਫਿਰ ਇਹ ਗੁਰੂ ਕੇ ਸਿੱਖ ਨੇ, ਸਿੱਖਾਂ ਨੇ ਵਰਤਨੇ। ਸੋਢੀਆਂ ਨੂੰ ਵੀ ਬਖਸ਼ਿਆ ਮਹਾਰਾਜ ਨੇ। ਗੱਲ ਤੇ ਇੱਥੇ ਹੋਰ ਵੀ ਚੱਲੀ, ਇਤਿਹਾਸ ਦਾ ਉਹ ਵੀ ਪੱਖ ਹੈ ਵੀ ਇੱਥੇ ਸੋਢੀ ਕੌਲ ਨੇ ਪੁੱਛਿਆ, ਮਹਾਰਾਜ ਹੁਣ ਕਿੱਧਰੋਂ ਆਇਓ ਤੇ ਅੱਗੇ ਕੀ ਸਲਾਹ ਹੈ? ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਕਪੂਰਾ ਕੈਰਤਾ ਕਰ ਗਿਆ, ਉਹਦੀ ਜੜ ਪੁੱਟੀ ਗਈ ਹੈ, ਇਧਰੋਂ ਆਏ ਹੈ। ਅਗਾਂਹ ਸਾਹਿਬ ਨੇ ਬਚਨ ਵਰਤਿਆ, ਕੋਈ ਕਿਲੇ ਦਾ ਖਿਆਲ ਕਰਕੇ ਜੰਗ ਦਾ ਪ੍ਰਬੰਧ ਕਰਨਾ ਹੈ। ਤੇ ਕੌਲ ਸੋਢੀ ਨੇ ਬਚਨ ਆਖਿਆ, ਕਹਿਣ ਲੱਗੇ ਮਹਾਰਾਜ ਕਪੂਰਾ ਗੁਨਾਹ ਕਰ ਗਿਆ, ਬਖਸ਼ ਦਿਓ। ਕਪੂਰੇ ਨੂੰ ਇਹਦੀ ਔਲਾਦ ਸੀ ਨਾ, ਉਹਨੇ ਸਮਝਾਇਆ ਤੂੰ ਗੁਰੂ ਤੋਂ ਬੇਮੁਖ ਹੋਣ ਵਾਲਾ ਕਾਰਜ ਨਹੀਂ ਕਰਨਾ ਸੀ। ਕਪੂਰਾ ਆਪਣੀ ਔਲਾਦ ਲੈ ਕੇ ਢਿਲਵਾਂ ਆਇਆ ਸਤਿਗੁਰੂ ਦੇ ਕੋਲ, ਇਤਿਹਾਸ ਦਾ ਪੰਨਾ, ਸਤਿਗੁਰੂ ਦੇ ਕੋਲ ਭੁੱਲ ਬਖਸ਼ਾਈ ਹੈ। ਮਹਾਰਾਜ ਨੇ ਇਹਦੀ ਔਲਾਦ ਨੂੰ ਵਰ ਦਿੱਤਾ ਸੀ। ਕਹਿਣ ਲੱਗੇ ਕਪੂਰਿਆ ਸਮਾਂ ਨਿਕਲ ਜਾਂਦਾ ਕਈ ਵਾਰੀ, ਹਾਂ ਠੀਕ ਤੂੰ ਗੁਰੂ ਨਾਨਕ ਦੇ ਘਰ ਆਇਆ ਤੇ ਤੇਰੀ ਔਲਾਦ ਰਾਜ ਭਾਗ ਕਰੇਗੀ। ਯਾਦ ਰੱਖੋ ਕਪੂਰਾ ਤੇ ਫਾਂਸੀ ਚੜਦਾ, ਪਰ ਇਹਦੀ ਔਲਾਦ ਵਿੱਚੋਂ ਹੀ ਜਿਹੜੇ ਫਰੀਦਕੋਟੀਏ ਜਿਹੜੇ ਬਾਦਸ਼ਾਹ ਨੇ, ਉਹ ਇਹਦੀ ਔਲਾਦ ਹੀ ਹੈ ਕਪੂਰੇ ਦੀ। ਜੇ ਇਤਿਹਾਸ ਦੀਆਂ ਬਹੁਤ ਲੰਮੀਆਂ ਲੜੀਆਂ, ਜੇ ਇੱਕ ਇੱਕ ਦਾ ਨਾਮ ਚੇਤੇ ਕਰਕੇ ਪਿਛੋਕੜ ਫੋਲ ਕੇ ਵੇਖੋ, ਜਿਹੜੇ ਫਰੀਦਕੋਟੀਏ ਰਾਜ ਕਰਦੇ ਰਹੇ ਨੇ, ਉਹ ਯਾਦ ਰੱਖਿਓ ਕਪੂਰੇ ਦੀ ਔਲਾਦ ਵਿੱਚੋਂ ਹੀ ਨੇ, ਹੋਰ ਨਹੀਂ ਹੋ। ਪਰ ਹਾਂ ਇਹਨੂੰ ਗੁਰੂ ਕਾ ਵਚਨ ਹੋ ਗਿਆ ਸੀ, ਇਹਨੂੰ ਈਸੇ ਖਾਂ ਨੇ ਫਾਂਸੀ ਚਾੜ ਕੇ ਮਾਰ ਮੁਕਾਇਆ। ਇਥੋਂ ਬਖਸ਼ਿਸ਼ਾਂ ਕਰਕੇ ਗੁਰੂ ਕਲਗੀਧਰ ਮਹਾਰਾਜ ਤੁਰਦੇ ਐ, ਅਗਾਂਹ ਫਿਰ ਜੈਤੋ ਦੀ ਜੂਹ ਵਿੱਚ ਆਉਂਦੇ ਐ। ਜੈਤੋ ਦੀ ਜੂਹ ਵਿੱਚ ਆ ਕੇ ਗੁਰੂ ਕਲਗੀਧਰ ਮਹਾਰਾਜ, ਇੱਥੇ ਵੀ ਇੱਕ ਸ਼ਰਧਾਲੂ ਸਿੱਖ ਸੀ, ਉਹਦਾ ਦੁੱਧ ਦਾ ਬੜਾ ਕਾਰਜ ਸੀ, ਦੁੱਧ ਦਾ ਕੰਮ ਸੀ। ਅੱਜ ਦੀ ਭਾਸ਼ਾ ਵਿੱਚ ਕਹੂੰ ਪਸ਼ੂ ਰੱਖੇ ਸਨ, ਡੈਰੀ ਦਾ ਕਾਰਜ ਸੀ। ਉਹਨੇ ਕਈ ਮਨ ਦੁੱਧ ਗੁਰੂ ਕੀਆਂ ਸੰਗਤਾਂ ਲਈ ਸਤਿਗੁਰੂ ਦੇ ਚਰਨਾਂ ਵਿੱਚ ਭੇਟ ਕੀਤਾ, ਗੁਰੂ ਕੀਆਂ ਖੁਸ਼ੀਆਂ ਲਈਆਂ। ਇਥੋਂ ਮਹਾਰਾਜ ਇਹ ਜੈਤੋ ਦੀ ਜੂਹ ਵਿੱਚ ਹੀ ਵਿਚਰਦਿਆਂ ਦੋ ਜ਼ਿਮੀਂਦਾਰ, ਇੱਕ ਦਾ ਨਾਮ ਭਾਈ ਅਤਰਾ, ਇੱਕ ਦਾ ਨਾਮ ਭਾਈ ਚਤਰਾ, ਇਤਿਹਾਸ ਵਿੱਚ ਜ਼ਿਕਰ ਹੈ। ਦੋਨੋਂ ਗੁਰੂ ਚਰਨਾਂ ਵਿੱਚ ਆਏ, ਗੁਰੂ ਦੀ ਬਹੁ ਭਾਂਤੀ ਸੇਵਾ ਕੀਤੀ ਤੇ ਸਤਿਗੁਰੂ ਕੀਆਂ ਬਖਸ਼ਿਸ਼ਾਂ ਲਈਆਂ। ਸਾਹਿਬ ਨੇ ਇਹਨਾਂ ਤੇ ਰਹਿਮਤਾਂ ਵਰਤਾਈਆਂ। ਇਥੋਂ ਮਹਾਰਾਜ ਨਾਲ ਹੀ ਰਾਮੇ ਆਣਾ ਪੈਂਦਾ, ਇਸ ਧਰਤੀ ਤੇ ਪਹੁੰਚੇ। ਜਦੋਂ ਸਤਿਗੁਰੂ ਰਾਮੇਆਣੇ ਦੀ ਧਰਤੀ ਤੇ ਪਹੁੰਚੇ ਤੇ ਇੱਥੇ ਇੱਕ ਜ਼ਿਮੀਂਦਾਰ ਸੜਕਾਂ ਰਾਹਾਂ ਦੇ ਕਿਨਾਰੇ ਡੇਲੇ ਖਲੋਤੇ ਹੁੰਦੇ ਨੇ, ਉਹ ਬਾਵਾ ਸਾਰੇ ਡੇਲੇ ਤੋੜ ਕੇ ਲਈ ਫਿਰਦਾ ਸੀ। ਸਾਹਿਬ ਨੂੰ ਵੇਖ ਕੇ
ਤੇ ਸਤਿਗੁਰੂ ਦੇ ਕੋਲ ਉਹਨੇ ਛਕਾਉਣ ਵਾਸਤੇ ਸਤਿਗੁਰੂ ਨੂੰ ਉਹ ਰਾਹਾਂ ਕਿਨਾਰੇ ਰੁੱਖਾਂ ਨੂੰ ਲੱਗੇ ਡੇਲੇ ਭੇਟ ਕੀਤੇ। ਸਤਿਗੁਰੂ ਨੇ ਇੱਕ ਮੁੱਖ ਵਿੱਚ ਪਾਇਆ, ਉਹ ਬਹੁਤ ਕੌੜਾ ਸੀ, ਮਿੱਠਾ ਨਹੀਂ ਸੀ। ਤਾਂ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਜ਼ਿਮੀਂਦਾਰ ਸੱਜਣਾ, ਇਹ ਡੇਲੇ ਸੁੱਟ ਦੇ ਸਾਰੇ, ਇਹ ਕੌੜੇ ਨੇ। ਉਹਨੇ ਸਾਹਿਬ ਦਾ ਬਚਨ ਮੰਨ ਕੇ ਚੌਥਾ ਹਿੱਸਾ ਸੁੱਟ ਦਿੱਤੇ, ਬਾਕੀ ਫਿਰ ਰੱਖੀ ਰੱਖੇ। ਗੁਰੂ ਨੇ ਦੂਜੀ ਵਾਰ ਫਿਰ ਆਖਿਆ, ਕਹਿਣ ਲੱਗੇ ਸੱਜਣਾ, ਇਹ ਸੁੱਟ ਦੇ ਕੌੜੇ ਨੇ। ਉਹਨੇ ਫਿਰ ਕੁਝ ਸੁੱਟ ਦਿੱਤੇ, ਫਿਰ ਰੱਖ ਲਏ। ਸਤਿਗੁਰੂ ਨੇ ਤੀਜੀ ਵਾਰ ਬਚਨ ਵਰਤਿਆ, ਉਹਨੇ ਸਾਰੀ ਸੁੱਟ ਦਿੱਤੇ, ਫਿਰ ਵੀ ਮੁੱਠ ਭਰ ਡੇਲਿਆਂ ਦੀ ਕੋਲ ਰੱਖ ਲਈ, ਥੋੜੇ ਜਿਹੇ। ਗੁਰੂ ਕਲਗੀਧਰ ਜੀ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਆ, ਮਾਲਵੇ ਵਿੱਚ ਕਦੀ ਕਾਲ ਨਹੀਂ ਪੈਣਾ ਸੀ, ਪਰ ਆਹ ਜਿਹੜੇ ਡੇਲੇ ਤੂੰ ਥੋੜੇ ਰੱਖ ਲਏ, ਇਹਦੇ ਕਾਰਨ ਮਾਲਵੇ ਦੇ ਇਲਾਕੇ ਵਿੱਚ ਕਦੀ ਕਦਾਈ ਕਾਲ ਥੋੜਾ ਜਿਹਾ ਪਏਗਾ। ਇਹ ਗੁਰੂ ਕੇ ਬਚਨ ਹੋ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਰਹਿਮਤਾਂ ਵਰਤਾਰੇ ਨੇ, ਰਾਮੇ ਆਣੇ ਬੇਅੰਤ ਸੰਗਤਾਂ ਚਾਰ ਛਪੇਰੇ ਤੋਂ ਆਈਆਂ। ਇੱਥੇ ਫਿਰ ਮਾਝੇ ਦੇ ਸਿੱਖ ਆਉਂਦੇ ਐ। ਹੁਣ ਇਤਿਹਾਸ ਦਾ ਪੰਨਾ ਤੁਸੀਂ ਧਿਆਨ ਨਾਲ ਸੁਣਿਓ। ਇੱਕ ਤੇ ਆਨੰਦਪੁਰ ਸਾਹਿਬ ਤੋਂ ਦੁਨੀ ਚੰਦ ਭੱਜਿਆ ਸੀ, ਜਦੋਂ ਕੇਸਰੀ ਚੰਦ ਵਰਗੇ ਹਾਥੀ ਨੂੰ ਸ਼ਰਾਬ ਪਿਆ ਕੇ ਲੈ ਕੇ ਆਏ ਵੀ ਆਨੰਦਗੜ੍ਹ ਕਿਲੇ ਦਾ ਬੂਹਾ ਤੋੜਾਂਗੇ ਤੇ ਵਿੱਚ ਵੜ ਕੇ ਤੇ ਇਵੇਂ ਗੁਰੂ ਘਰ ਦੀ ਬਰਬਾਦੀ ਕਰਾਂਗੇ। ਉਦੋਂ ਮਹਾਰਾਜ ਨੇ ਬਚਨ ਆਖੇ ਸਨ, ਮੇਰਾ ਇਤਿਹਾਸ ਤੁਸੀਂ ਸੁਣਿਆ ਵੀ ਸਾਡੇ ਕੋਲ ਵੀ ਹਾਥੀ ਹੈ ਤੇ ਉਹ ਦੁਨੀ ਚੰਦ ਹੈ। ਦੁਨੀ ਚੰਦ ਡਰ ਗਿਆ ਵੀ ਸਤਿਗੁਰੂ ਹਾਥੀ ਦਾ ਮੁਕਾਬਲਾ ਕਰਵਾ ਕੇ ਅਨਿਆਈ ਮੌਤ ਮਰਵਾਉਣਗੇ, ਤੇ ਕਾਇਰਤਾ ਰੱਖ ਕੇ ਰਾਤ ਨੂੰ ਕਿਲੇ ਉੱਪਰੋਂ ਲਾਸ਼ ਸੁੱਟ ਕੇ ਦੌੜ ਗਿਆ ਸੀ, ਨਾਲ ਆਪਣੇ ਕੁਝ ਸਾਥੀਆਂ ਨੂੰ ਲੈ ਕੇ। ਇਹ ਤੇ ਕੁਝ ਲੋਕ ਮਾਝੇ ਦੇ ਹੋਰ ਚੌਧਰੀ ਲੋਕ ਮਾਝੇ ਦੇ ਇਲਾਕੇ ਦੇ ਜਸ ਭਾਗ ਵਰਗੇ, ਇਹ ਕਈ ਜਣੇ ਤਕਰੀਬਨ ਗਿਣਤੀ ਇਤਿਹਾਸ ਵਿੱਚ 200 ਹੈ। 200 ਦੀ ਗਿਣਤੀ ਦੇ ਇਹ ਸਿੱਖ ਕਹਾਉਣ ਵਾਲੇ ਗੁਰੂ ਕਲਗੀਧਰ ਜੀ ਕੋਲ ਰਾਮਿਆਂ ਨੇ ਆ ਮਿਲੇ, ਸਾਹਿਬ ਨੂੰ ਨਮਸਕਾਰ ਕੀਤੀ। ਇਹਨਾਂ ਅਨੁਸਾਰ ਸਤਿਗੁਰੂ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਲਈਆਂ। ਕਹਿਣ ਲੱਗੇ ਵੀ ਮਹਾਰਾਜ, ਜੰਗਾਂ ਯੁੱਧਾਂ ਵਿੱਚ ਕੀ ਪਿਆ, ਵਕਤੀ ਹਾਕਮ ਨਾਲ ਝਗੜਾ ਕਰਕੇ ਜੰਗ ਕਰਕੇ ਕੀ ਖਟਿਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਬੇਅੰਤ ਸਿੱਖ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਛੱਡਣਾ ਪੈ ਗਿਆ, ਚਮਕੌਰ ਦੀ ਗੜੀ ਕਿੱਡਾ ਸਾਕਾ ਪਰਤਿਆ, ਕਈ ਗੱਲਾਂ ਕੀਤੀਆਂ। ਕਹਿਣ ਲੱਗੇ ਮਹਾਰਾਜ, ਸਾਡੇ ਧਿਆਨ ਵਿੱਚ ਇਹ ਹੈ ਵੀ ਹਾਕਮ ਨਾਲ ਆਪਾਂ ਮੁਕਾਬਲਾ ਕਰਕੇ ਜੰਗ ਕਰਕੇ ਪੂਰੇ ਨਹੀਂ ਆ ਸਕਦੇ, ਤੇ ਜੇ ਤੁਸੀਂ ਸਾਡੀ ਗੱਲ ਮੰਨੋ, ਸਤਿਗੁਰੂ ਸੁਣੀ ਗਏ, ਜੇ ਸਾਡੀ ਗੱਲ ਮੰਨੋ ਅਸੀਂ ਵਿੱਚ ਪੈ ਜਾਂਦੇ ਹਾਂ ਸਰਕਾਰੀ ਹਾਕਮਾਂ ਦੇ, ਤੇ ਤੁਹਾਡਾ ਸਮਝੌਤਾ ਕਰਵਾ ਦਿੰਦੇ ਹਾਂ। ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਫਕੀਰ ਬਣ ਕੇ ਜਿਉਵੋ, ਅਸੀਂ ਤੁਹਾਡੇ ਸਿੱਖ ਹਾਂ, ਤੁਸੀਂ ਗੁਰੂ ਹੋ, ਤੇ ਅਸੀਂ ਮਹਾਰਾਜ ਇਵੇਂ ਸਿੱਖ ਬਣ ਕੇ ਰਵਾਂਗੇ। ਤੁਹਾਨੂੰ ਕਿਹੜਾ ਕਿਸੇ ਗੱਲ ਦੀ ਸੰਗਤਾਂ ਕਮੀ ਆਉਣ ਦੇਣੀ ਹੈ। ਤੇ ਪਰ ਆਹ ਜੰਗਾਂ ਤੇ ਆ ਝਗੜਾ, ਇਹ ਸਭ ਕੁਝ ਛੱਡ ਛਡਾ ਦਿਓ, ਅਸੀਂ ਵਿੱਚ ਪੈ ਕੇ ਤੁਹਾਡਾ ਸਮਝੌਤਾ ਕਰਵਾ ਦਿੰਦੇ ਹਾਂ। ਗੁਰੂ ਕਲਗੀਧਰ ਜੀ ਨੇ ਇੱਕ ਬਚਨ ਆਖਿਆ, ਇਹਨਾਂ ਦੀ ਗੱਲ ਸੁਣ ਕੇ ਕਹਿਣ ਲੱਗੇ, ਪਹਿਲਾਂ ਤੇ ਇਹ ਦੱਸੋ ਤੁਸੀਂ ਗੁਰੂ ਬਣ ਕੇ ਆਏ ਹੋ ਜਾਂ ਸਿੱਖ ਬਣ ਕੇ ਆਏ ਹੋ? ਸਿੱਖ ਤੇ ਉਹ ਹੁੰਦਾ ਜਿਹੜਾ ਗੁਰੂ ਕੀ ਮੱਤ ਗੁਰੂ ਕੀ ਸਲਾਹ ਲਵੇ।
ते तुसी सलाह देन आ गए हो। अगों इन्हां आख्या, कहन लगे महाराज हाँ ते सिख ही तुहाडे, पर असीं ते चाहुंदे हां भी तुहाडा कलेश मुका दईए। ते जे महाराज तुसी इवें झगड़ा करना है, इसी तरह कलेश जंग करने है, फिर असीं माझे दे लोग इवें तुहाडी सिक्खी नहीं निभा सकते, मुश्किल है साडे लई। गुरु कलगीधर जी ने बचन आख्या, कहन लगे तुहाडे वर्गे सिखां दी मैनूं लोड़ भी नहीं है। अज तुसी सलाहां देन आ गए हो, अज तुसी समझौता कराउण आ गए हो। जिस दिन धन गुरु अर्जन साहब सच्चे पातशाह महाराज नूं जालमा तत्ती तवी ते बिठा के शहीद कीता सी, उदों तुसी किथे गए सी? जदों गुरु तेग बहादुर साहब महाराज नूं चांदनी चौक विच शहीद कीता, उदों तुसी वड्डे चौधरी किथे गए सी? जदों इन्हां पापियां ने सरहंद विच छोटे साहिबजादा नूं नीहां विच चिनिया, आनंदपुर साहब 7 महीने घेरा पाया, चमकौर दी कड़ी जंगां लड़ियां, उदों तुसी समझौता कराउण वाले किथे गए सी? सतगुरु ने बहुत सख्त शब्दां विच आख्या, कहन लगे तुहाडे वर्गे सिखां दी लोड़ नहीं है, जा चले जाओ। हुण जदों साहब ने शब्द वरते, आए ते इस भाव नाल सी भी असीं इतिहास दे पन्नियां विच जिक्र है भी चौधरीआं नाल सलाहां करके आए सन, हाकमां नाल आए ते बड़े चढ़ के सन अपने भाणे। हजूर ने नाल ही एक वचन कह दिता, कहन लगे लिख के दे जाओ कि असीं तुहाडे सिख नहीं, तुसीं साडे गुरु नहीं। हुण ये अंदरों इन्ने कायर होए सन, इन्हां कागज दे टुकड़े ते लिख के दे दिता, महाराज असीं तुहाडे सिख नहीं है, तुसीं साडे गुरु नहीं है। इहनूं कहंदे ने बिदावा लिखिया। ये बिदावा इत्थे लिखिया है। हाँ ये गल चेता रखियो, दुनी चंद नाल भी कुछ सिख कुछ लोग डरदियां मारिया किले विचों भजे सन। ये बिदावा इत्थे लिखदे है, हजे जू विच ही नीलामे आने, सतगुरु इत्थों अगां तुर नहीं लगे है। इत्थे सुनेहा पहुंचिया वजीर खां बहुत थोड़ी दूरी है आ रहा है। तुसीं वेखो ये मान वाली गल है, जदों ये हजे माझे दे लोग गए नहीं, बैठी ने केवल सतगुरु तुरन दी तैयारी करदे है। इन्ने नूं मालवे इलाके दे जिन्ने सिख सन, भावें ओ दीने दे, भावें ओ रूप चंद दी औलाद अंश विचों, भावें ओ रामपुरे दे इलाके दे, बेअंत मालवे दे सिख गुरु चरनां विच शास्त्र लेके आ खलोते। इन्हां आख्या महाराज सानू सूह मिली है। एक भाई बख्शा सिंह जी होए ने, उन्होंने सूह मिली सी, उन्हें साहब नूं भी सुनेहा दिता सी भी महाराज इत्थे वजीर पापी बहुत लागे आ गया है। तां मालवे दे बेअंत सूरमे शास्त्र लैके घर घाट छड्ड के गुरु चरनां विच सेवा विच आ गए। गुरु ने उत्थों एक वचन भी वरत्या सी, कहन लगे माझे दे सिखो, तुसी ते बदावा लिखिया है, तुहाडे वर्गे नहीं, आ मालवे दे सिखां ने सिक्खी पाली है, सानू जिह सिखां दी लोड़ है। इन्हां दे मूंह विच उंगलां पईयां, पर डरदियां मारियां ये वापस परतदे है। महाराज इत्थों एक बहुत बड़ा सिखां दा संगतां दा काफला लैके अगां नूं वधदे है। इत्थे एक घटना होर वरतदी है। रामेआणे पिंड दा एक चौधरी होया उस वक्त, जिहदा नाम सी जुगराज बडिंग। शायद किते इन्हां दियां
ਪੀੜ੍ਹੀਆਂ ਅੱਜ ਵੀ ਉੱਥੋਂ ਦੇ ਲੋਕਾਂ ਨੂੰ ਪਤਾ ਹੋਏਗਾ। ਜਿਹੜਾ ਜੁਗਰਾਜ ਵੜਿੰਗ ਸੀ, ਤੁਰਨ ਲੱਗਿਆ ਕੁਝ ਆਗੂ ਸਿੱਖਾਂ ਨੇ ਜੁਗਰਾਜ ਵੜਿੰਗ ਚੌਧਰੀ ਨੂੰ ਇੱਕ ਗੱਲ ਆਖੀ। ਕਹਿਣ ਲੱਗੇ ਵੀ ਸਜਣਾ, ਤੂੰ ਚੌਧਰੀ ਹੈ, ਆਖਰ ਆਗੂ ਹੈ ਪਿੰਡ ਦਾ, ਤੇ ਜੇ ਕਿਤੇ ਵਜ਼ੀਰ ਖਾਂ ਵਰਗੇ ਤੇਰੇ ਕੋਲ ਆਏ, ਉਦੋਂ ਅਕਸਰ ਹੀ ਜਦੋਂ ਕੋਈ ਪਿੰਡ ਵਿੱਚ ਆਉਂਦਾ ਸੀ ਤੇ ਪਿੰਡ ਦੇ ਆਗੂ ਨੂੰ ਮਿਲਦਾ ਸੀ, ਤੇ ਤੈਨੂੰ ਪੁੱਛ ਪੜਤਾਲ ਕੀਤੀ ਵੀ ਸਾਹਿਬ ਕਿੱਧਰ ਗਏ ਨੇ, ਤੇ ਤੂੰ ਦੱਸੀ ਨਾ, ਸਹੀ ਦਿਸ਼ਾ ਨਾ ਦੱਸੀ, ਅਸੀਂ ਪ੍ਰਬੰਧ ਕਰਨੇ। ਇਹ ਗੁਰੂ ਨੇ ਨਹੀਂ ਕਿਹਾ, ਸਿੱਖਾਂ ਨੇ ਇਹ ਗੱਲ ਕਹੀ ਸੀ। ਹੁਣ ਸਤਿਗੁਰੂ ਅਗਾਂਹ ਤੁਰਦੇ ਐ, ਅਗਾਂਹ ਸੁਨਿਆਰ ਪਿੰਡ ਜਾਣਾ, ਤੇ ਪਰ ਬਾਅਦ ਵਿੱਚ ਇਹ ਜ਼ਿਕਰ ਆਉਂਦਾ ਵੀ ਜਦੋਂ ਵਜ਼ੀਰ ਖਾਂ ਇੱਥੇ ਆਇਆ ਸੀ ਰਾਮੇ ਆਣੇ ਲੱਭਦਾ ਲੱਭਾਉਂਦਿਆਂ, ਤੇ ਉਹਨੇ ਜਦੋਂ ਜੁਗਰਾਜ ਵੜਿੰਗ ਨੂੰ ਪੁੱਛਿਆ, ਇਹਨੇ ਉਸੇ ਵੇਲੇ ਆਪਣੇ ਭਾਣੇ ਵਫਾਦਾਰ ਕਹਾਉਂਦਿਆਂ ਵਜ਼ੀਰ ਖਾਨ ਨੂੰ ਦੱਸ ਦਿੱਤਾ ਸਭ ਕੁਝ ਵੀ ਇੰਨੇ ਸਿੱਖ ਨੇ ਤੇ ਸਤਿਗੁਰੂ ਇਧਰ ਨੂੰ ਗਏ ਨੇ। ਗੁਰੂ ਕੋਲ ਸਿੱਖਾਂ ਨੇ ਬੇਨਤੀ ਕਰ ਦਿੱਤੀ, ਕਹਿਣ ਲੱਗੇ ਮਹਾਰਾਜ ਜੁਗਰਾਜ ਵੜਿੰਗ ਵੀ ਗਦਾਰ ਹੀ ਨਿਕਲਿਆ, ਇੰਨੇ ਹੀ ਕੰਮ ਨਹੀਂ ਕਰ ਸਕਿਆ। ਸਮੇਂ ਦੀ ਨਜਾਕਤ ਵੇਖਦਿਆਂ ਵੀ ਤੂੰ ਦਿਸ਼ਾ ਹੀ ਸਹੀ ਨਾ ਦੱਸ। ਤੇ ਜਦੋਂ ਪੁੱਛਿਆ ਮਹਾਰਾਜ ਸੂ ਮਿਲੀ ਹੈ ਸਾਨੂੰ, ਉਹਨੇ ਉਸੇ ਪਲ ਦੱਸ ਦਿੱਤਾ। ਸਾਹਿਬ ਨੇ ਇੱਕ ਵਚਨ ਆਖਿਆ, ਕਹਿਣ ਲੱਗੇ ਭਲਿਓ ਅਫਰੀਮਾ ਹੋ ਗਿਆ ਹੋਵੇਗਾ, ਉਹਦੇ ਗੱਲ ਪਚੀ ਨਹੀਂ ਹੋਏਗੀ। ਕੋਈ ਗੱਲ ਨਹੀਂ, ਅੱਜ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ, ਇਹਦੀ ਔਲਾਦ ਜਦੋਂ ਮਰਦੀ ਹੈ ਅਖੀਰ ਉਹਨਾਂ ਨੂੰ 3-4 ਦਿਨ ਅਫਰੀਮਾ ਹੁੰਦਾ, ਉਹਦੀ ਔਲਾਦ ਮਰਦੀ ਹੈ। ਇਹ ਜੁਗਰਾਜ ਵੜਿੰਗ ਵੀ ਮਰਨ ਵੇਲੇ ਇਹਨੂੰ ਅਫਰੀਮਾ ਹੋ ਗਿਆ ਸੀ। ਇਹ ਰੋਗ ਹੈ, ਸਿਆਣੇ ਪੁਰਸ਼ਾਂ ਨੂੰ ਤੇ ਪਤਾ ਹੈ ਇਹ ਰੋਗ ਹੈ ਇੱਕ ਅਫਰੀਮਾ ਹੋ ਜਾਣਾ, ਤੇ ਇਸੇ ਕਾਰਨ ਦੀ ਮੌਤ ਹੋਈ ਸੀ। ਮਹਾਰਾਜ ਇਥੋਂ ਅਗਾਂਹ ਸੁਨਿਆਰ ਪਿੰਡ ਜਾਂਦੇ ਐ। ਇਲਾਕਾ ਸਾਹਿਬ ਨੇ ਮੁਕਤਸਰ ਸਾਹਿਬ ਦਾ ਚੁਣਿਆ, ਇਧਰ ਨੂੰ ਜਾਣਾ, ਕਿਉਂਕਿ ਨਾਲ ਹੀ ਕਪੂਰੇ ਨੂੰ ਇੱਕ ਗੱਲ ਪੁੱਛੀ ਸੀ ਸਾਹਿਬ ਨੇ ਵੀ ਕਿਲਾ ਹੁਣ ਕਿੱਥੇ ਹੈ। ਇਹਨੇ ਇਹ ਬੇਨਤੀ ਕਰਕੇ ਦੱਸਿਆ ਸੀ ਵੀ ਮਹਾਰਾਜ ਖਿਦਰਾਣੇ ਦੀ ਢਾਬ ਹੈ, ਲਾਗੇ 12-12 14-14 ਕੋਹ, ਪਾਣੀ ਨਹੀਂ ਹੈ, ਇੱਕੋ ਹੀ ਥਾਂ ਪਾਣੀ ਦਾ ਪ੍ਰਬੰਧ ਹੈ, ਉੱਥੇ ਪ੍ਰਬੰਧ ਕੀਤਾ ਜਾ ਸਕਦਾ ਹੈ। ਸਭ ਇਧਰ ਨੂੰ ਜਾ ਰਹੇ ਨੇ। ਉਹ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਇੰਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ